पंजाब भारत पूरे विश्व की शांति ते खुशहाली लई मिल के इबादत ते प्रार्थना करिए। सो परमेश्वर का पवित्र वचन असी सुन ले जा रहे हैं। बड़ी शांति दे नाल बैठना, पूरा ध्यान असी परमेश्वर का वचन सुनते वाल लाउणा आ। ते जिन्हां पंजाबी आउंदी आ वो पवित्र वचन जरूर उन्हां कोल होना चाहिए। बाइबल उन्हां दे कोल जरूर होनी चाहिए आ। जिन्हां नहीं आउंदी उन्हां तो पज हैगा ही आ भी सानू तो पंजाबी नहीं आउंदी, पर जिन्हां आउंदी आ वो जरूर वचन तुसी नाल लैके आया करो ते घर भी पढ़ना आ। सो परमेश्वर का वचन असी पढ़ ले जा रहे हैं। कूच की पुस्तक 23 अध्याय ਉਹਦੀ ਅਸੀਂ 25 ਆਇਤ ਪੜਾਂਗੇ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਹਾਂ, ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਸੁਣਿਆ, ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ, ਉਹ ਤੁਹਾਡੀ ਰੋਟੀ ਅਤੇ ਪਾਣੀ ਨੂੰ ਬਰਕਤ ਦੇਵੇਗਾ ਤੇ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਪਰਮੇਸ਼ਰ ਦੀ ਉਪਾਸਨਾ, ਉਹਦਾ ਧੰਨਵਾਦ ਕਰੋ, ਉਹਦੀ ਵਡਿਆਈ ਕਰੋ, ਉਹਦੇ ਅੱਗੇ ਪ੍ਰਾਰਥਨਾ ਕਰੋ, ਉਹਦੇ ਵਚਨ ਦੀ ਪਾਲਣਾ ਕਰੋ, ਉਹ ਤੁਹਾਡੇ ਰੋਟੀ ਅਤੇ ਪਾਣੀ ਨੂੰ ਬਰਕਤ ਦੇਵੇਗਾ। ਉਹ ਤੰਗੀ ਖਤਮ ਕਰ ਦੇਊਗਾ। ਉਹ ਤੰਗੀ ਨੂੰ ਕੀ ਕਰੂਗਾ? ਖਤਮ ਕਰ ਦੇਊਗਾ। ਪਾਣੀ ਦੇ ਵਿੱਚ ਵੀ ਆਸ਼ੀਸ਼ ਆਊਗੀ, ਰੋਟੀ ਦੇ ਵਿੱਚ ਵੀ ਆਸ਼ੀਸ਼ ਆਊਗੀ, ਹਰ ਚੀਜ਼ ਦੇ ਵਿੱਚ ਆਸ਼ੀਸ਼ ਆਊਗੀ, ਹਰ ਚੀਜ਼ ਦੇ ਵਿੱਚ ਆਸ਼ੀਸ਼ ਆਊਗੀ ਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਨੂੰ ਕੱਢ ਦਿਆਂਗਾ। ਸੋ ਜਿਸ ਸਮੇਂ ਮੂਸਾ ਪਰਮੇਸ਼ਰ ਦਾ ਦਾਸ परमेश्वर ने उन्हें गल की, उन्होंने वचन लिखाए, तो उस समय तो जब तो पहला असी देख सकते हैं कि सृष्टि की परमेश्वर ने रचना की, आदम हवा नूं बनाया। आदम हवा ने परमेश्वर के दर्शन किए, उन्होंने वचन तोड़िया, वो वचन च खड़े नहीं रहे। अगे उन्होंने अंश बढ़ी, बच्चे उन्होंने पैदा होए, लोकी परमेश्वर नूं भुलदे गए, परमेश्वर नूं भुलदे गए। आदम दे एक हावल सी बच्चा, एक कायन सी। कायन बड़ा सी, हावल छोटा सी। उस तो बाद सेठ उहदा पुत्र सी। और लिखिया उस समय तो लोग परमेश्वर का नाम लैन लगे। अगे चल के असी देखते हैं, आदम तो 7वीं पीढ़ी का हनोक सी। मतलब लोग परमेश्वर नूं भुलदे गए। सिर्फ हनोक जिहड़ा आ उही परमेश्वर की महिमा करन वाला सी। बाकी जिहड़ियां लोग सी वो भुलदे गए, जां उन्हें इदां कर लिया, जां आपू अपने बुत बना के उन्होंने रब नूं मनना शुरू किया। उन्होंने यही क्या यही रब आ, आपो अपने देवी देवते उन्होंने बना लए। हनोक तो बाद असीं देखते हैं 7वीं पीढ़ी का सी। उस तो बाद 10वीं पीढ़ी दे विच असीं चल जाते हैं। 10वीं पीढ़ी दे विच नूह परमेश्वर का भगत सी ते बाकी सृष्टि ते होर कोई भी रब का भगत नहीं सी। अपने हिसाब नाल हत्थां दे नाल बुत बना के उन्हां दी पूजा उन्होंने करनी शुरू कर दी। अच्छा, हुण वचन दे विचों असीं जिद्दां सुणदे आ, पढ़दे आ भी जल परलो आई ते सारा संसार खत्म हो गया ते नूह ते उहदा परिवार ही बचिया। नूह ते उहदा परिवार बचिया। नूह दा परिवार जिहड़ा सी, नूह ते उहदा परिवार वो परमेश्वर की उपासना करने वाले सी। अच्छा, अगे थोड़ा जा असीं जाके देखते आ वो परमेश्वर नूं फिर भुल गए। फिर 20वीं पीढ़ी जाके असीं देखते आ अब्राहम जिहड़ा सी वो पहले आदम तो 20वीं पीढ़ी का सी। अच्छा, उत्थे भी असीं जाके जदों देखते हैं अब्राहम ते उहदा परिवार
ਉਹ ਵੀ ਬੁੱਤ ਪੂਜਾ ਕਰਨ ਵਾਲੇ ਸੀ। ਨੂਹ 10ਵੀਂ ਪੀੜ੍ਹੀ ਦਾ ਬੰਦਾ ਸੀ। ਉਸ ਸਮੇਂ ਨੂਹ ਦਾ ਪਰਿਵਾਰ ਸੀ ਪਰਮੇਸ਼ਰ ਦੀ ਮਹਿਮਾ ਕਰਨ ਵਾਲਾ। ਉਹ ਤੋਂ ਅੱਗੇ ਚੱਲ ਕੇ ਉਹ ਪਰਮੇਸ਼ਰ ਨੂੰ ਫੇਰ ਭੁੱਲ ਗਏ। ਉਹਨੇ ਫੇਰ ਆਪੋ ਆਪਣੇ ਹਿਸਾਬ ਨਾਲ ਬੁੱਤ ਬਣਾ ਕੇ ਤੇ ਉਹਨਾਂ ਨੂੰ ਪੂਜਣਾ ਸ਼ੁਰੂ ਕੀਤਾ। ਜਦੋਂ 20ਵੀਂ ਪੀੜ੍ਹੀ ਆ ਗਈ, ਜਦੋਂ ਅਬਰਾਹਮ ਨੂੰ ਪਰਮੇਸ਼ਰ ਨੇ ਚੁਣਿਆ, ਤੇ ਅਬਰਾਹਮ ਤੇ ਉਹਦਾ ਪਿਤਾ ਅਬਰਾਹਮ ਹੁਣੀ 3 ਭਰਾ ਸੀ, ਤੇ ਉਹ ਵੀ ਰੱਬ ਨੂੰ ਜਾਣਦੇ ਨਹੀਂ ਸੀ। ਉਹ ਵੀ ਬੁੱਤ ਪੂਜਾ ਕਰਨ ਵਾਲੇ ਸੀ। ਫਿਰ ਪਰਮੇਸ਼ਰ ਨੇ ਅਬਰਾਹਮ ਨੂੰ ਦਰਸ਼ਨ ਦਿੱਤਾ ਵੀ ਮੈਂ ਤੈਨੂੰ ਬਰਕਤ ਦਊਂਗਾ ਤੇ ਤੂੰ ਵੱਡੀ ਕੌਮ ਬਣਾਊਂਗਾ, ਜਿਹੜੀ ਗੱਲ ਮੈਂ ਤੈਨੂੰ ਕਹਿੰਦਾ ਉਹ ਮੰਨ। ਤੇ ਪਰਮੇਸ਼ਰ ਨੇ ਦਰਸ਼ਨ ਦਿੱਤਾ, ਉਹ ਵਿਸ਼ਵਾਸ ਕਰਕੇ ਤੁਰਿਆ। ਉਥੋਂ ਫਿਰ ਇੱਕ ਪਰਮੇਸ਼ਰ ਨੂੰ ਮੰਨਣ ਵਾਲੀ ਪੀੜ੍ਹੀ ਜਿਹੜੀ ਸ਼ੁਰੂ ਹੋਈ। ਇਸਾਕ, ਯਕੂਬ, ਯੂਸਫ ਹੁਣੀ ਉਹ ਪਰਮੇਸ਼ਰ ਨੂੰ ਜਾਣਨ ਵਾਲੇ ਬਣੇ। ਉਹ ਪੀੜ੍ਹੀ ਜਿਹੜੀ ਸੀ ਪਰਮੇਸ਼ਰ ਨੂੰ ਮੰਨਣ ਵਾਲੀ ਬਣੀ। ਫਿਰ ਮੂਸਾ ਪਰਮੇਸ਼ਰ ਦਾ ਦਾਸ, ਜਿਹੜਾ ਅਬਰਾਹਮ ਦੀ ਅੰਸ਼ ਦੇ ਵਿੱਚੋਂ ਸੀ, ਤੇ ਪਰਮੇਸ਼ਰ ਨੇ ਉਹਨੂੰ ਇਹ ਗੱਲ ਕਹੀ ਵੀ ਇਸਰਾਇਲੀ ਲੋਕਾਂ ਨੂੰ ਕਹਿ, ਕਿਉਂਕਿ ਇਸਰਾਇਲੀ ਲੋਕ ਮਿਸਰ 'ਚ ਗੁਲਾਮ ਸੀ, ਤੇ ਮਿਸਰ ਦੇ ਲੋਕ ਜਿਹੜੇ ਆ ਉਹਨਾਂ ਦਾ ਵੀ ਕੋਈ ਆਪਣਾ ਦੇਵਤਾ ਸੀ ਪੱਥਰ ਦਾ, ਜਿਹਦੀ ਉਹ ਪੂਜਾ ਕਰਦੇ ਸੀ। ਤੇ ਪਰਮੇਸ਼ਰ ਦਾ ਦਾਸ ਮੂਸਾ ਉਹਨਾਂ ਨੂੰ ਕੱਢ ਕੇ ਲੈ ਕੇ ਆਇਆ, ਤੇ ਉਹ ਰਾਹ ਦੇ ਵਿੱਚ ਉਹਨਾਂ ਨੂੰ ਜਦੋਂ ਹੁਕਮ ਲਿਖਾਏ ਤਾਂ ਇਹ ਵੀ ਵਚਨ ਵਿੱਚ ਲਿਖਾਇਆ ਜਿਹੜਾ ਅਸੀਂ ਪੜ੍ਹਿਆ। ਪੜ੍ਹ ਦਿਓ ਇੱਕ ਵਾਰੀ ਫਿਰ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਸੁਣੋ, ਹੁਣ ਉਸ ਸਮੇਂ ਮਾਹੌਲ ਜਿਹੜਾ ਸੀ, ਮਾਹੌਲ ਇਹੀ ਸੀ ਸਾਰੇ ਦੇਸ਼ਾਂ ਦਾ। ਸਾਰੇ ਦੇਸ਼ਾਂ ਦਾ ਮਾਹੌਲ ਇਹੀ ਸੀ, ਚਾਹੇ ਏਸ਼ੀਆ ਸੀ ਤਾਂ ਚਾਹੇ ਯੂਰਪ ਸੀ। ਆਪੋ ਆਪਣੇ ਮੂਰਤਾਂ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਸੀ। ਇਹਦੀ 24 ਐਤ ਵੀ ਤੁਸੀਂ ਪੜ੍ਹ ਸਕਦੇ ਆ। 24 ਐਤ ਤੋਂ ਸਾਨੂੰ ਪਤਾ ਲੱਗੂਗਾ ਕਿ ਆਲੇ ਦੁਆਲੇ ਦੇਸ਼ਾਂ ਦਾ ਮਾਹੌਲ ਕੀ ਸੀ। ਪੜ੍ਹ ਦਿਓ। ਹਾਂਜੀ। ਤੁਸੀਂ ਉਹਨਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ। ਪਰਮੇਸ਼ਰ ਨੂੰ ਜਾਣਨ ਵਾਲੀ ਗੱਲ ਨਹੀਂ ਸੀ, ਪਰਮੇਸ਼ਰ ਤੇ ਵਿਸ਼ਵਾਸ ਨਹੀਂ ਸੀ, ਪਰਮੇਸ਼ਰ ਨੂੰ ਜਾਣਦੇ ਨਹੀਂ ਸੀ। ਆਪੋ ਆਪਣੇ ਦੇਵਤੇ ਬਣਾ ਕੇ ਉਹਨਾਂ ਦੀ ਪੂਜਾ ਕਰਦੇ ਸੀ। ਤੇ ਪਰਮੇਸ਼ਰ ਨੇ ਇਸਰਾਏਲੀਆਂ ਨੂੰ ਕਿਹਾ ਵੀ ਤੁਸੀਂ ਇਹ ਕੰਮ ਨਾ ਕਰਿਓ। ਪੜੋ ਫਿਰ ਇੱਕ ਵਾਰੀ। ਹਾਂਜੀ। 24। ਤੁਸੀਂ ਉਹਨਾਂ ਦੇ ਦੇਵਤਿਆਂ ਦੇ ਅੱਗੇ ਮੱਥਾ ਨਾ ਟੇਕੋ। ਹਾਂਜੀ। ਨਾ ਉਹਨਾਂ ਦੀ ਉਪਾਸਨਾ ਕਰੋ। ਹਾਂ, ਵੀ ਉਹ ਜਿਹੜੀਆਂ ਮੂਰਤਾਂ ਉਹਨੇ ਬਣਾਈਆਂ, ਤੁਸੀਂ ਉਹਨਾਂ ਦੀ ਉਪਾਸਨਾ ਨਹੀਂ ਕਰਨੀ ਜਿਹੜੀਆਂ ਉਹਨਾਂ ਨੇ ਹੱਥਾਂ ਨਾਲ ਬਣਾਈਆਂ ਆ। ਅੱਗੇ। ਨਾ ਤੁਸੀਂ ਉਹਨਾਂ ਦੇ ਕੰਮਾਂ ਵਾਂਗ ਕੰਮ ਕਰੋ। ਵੀ ਜਿੱਦਾਂ ਉਹ ਕੰਮ ਕਰਦੇ ਆ, ਮਾੜੇ ਕੰਮ ਕਰਦੇ, ਇਦਾਂ ਨਹੀਂ ਕਰਨਾ। ਜਿੱਦਾਂ ਉਹ ਮੂਰਤਾਂ ਦੀ ਉਪਾਸਨਾ ਕਰਦੇ, ਇਦਾਂ ਨਹੀਂ ਕਰਨੀ ਤੁਸੀਂ। ਹਾਂਜੀ। ਪੜ੍ਹ ਦਿਓ। ਸਗੋਂ ਉਹਨਾਂ ਨੂੰ ਜ਼ਰੂਰ ਢਾਓ ਹਾਂ। ਅਤੇ ਉਹਨਾਂ ਦੇ ਥੰਮਾਂ ਨੂੰ ਉੱਕਾ ਹੀ ਚਕਨਾਚੂਰ ਕਰੋ। ਹਾਂ, ਉਹਨਾਂ ਨੂੰ ਕਿਹਾ ਵੀ ਪੱਧਰੇ ਕਰ ਦਿਓ, ਸਾਫ਼ ਕਰ ਦਿਓ ਸਾਰੀਆਂ ਚੀਜ਼ਾਂ ਉਹ, ਤੇ ਪਰਮੇਸ਼ਰ ਦੀ ਉਪਾਸਨਾ ਕਰਿਓ ਤੁਸੀਂ। ਅੱਗੇ। ਹਾਂਜੀ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ। ਹਾਂ, ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਜਿਹਨੇ ਤੁਹਾਨੂੰ ਰਚਿਆ ਆ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ, ਜਿਹੜਾ ਸ਼ੁਰੂ ਤੋਂ ਹੀ ਆ, ਜਿਹੜਾ ਅੱਜ ਵੀ ਜਿੰਦਾ ਆ, ਜਿਹੜਾ ਸ਼ੁਰੂ ਤੋਂ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ, ਜਿਹਨੇ ਮਨੁੱਖ, ਪਸ਼ੂ, ਪੰਛੀ, ਜੀਵ ਜੰਤੂ ਬਣਾਏ ਆ, ਵੀ ਤੁਸੀਂ ਉਹਦੀ ਉਪਾਸਨਾ ਕਰਿਓ। ਤੁਸੀਂ ਵੀ ਲੋਕਾਂ ਦੇ ਪਿੱਛੇ ਨਾ ਲੱਗਿਓ। ਕਿਉਂ? ਕਿਉਂਕਿ ਪੂਰੇ ਸੰਸਾਰ ਦੇ ਵਿੱਚ ਮਾਹੌਲ ਇਹੀ ਸੀਗਾ। ਸਾਰੇ ਸੰਸਾਰ 'ਚ, ਸਾਰੇ ਦੇਸ਼ਾਂ 'ਚ ਮਾਹੌਲ ਇਹੀ ਸੀ। ਪਰ ਪਰਮੇਸ਼ਰ ਨੂੰ ਕੋਈ ਜਾਣ ਨਹੀਂ ਸਕਿਆ। ਪਰ ਪਰਮੇਸ਼ਰ ਨੇ ਆਪ ਹੀ ਅਬਰਾਹਮ ਨੂੰ ਦਰਸ਼ਨ ਦਿੱਤੇ ਕਿ ਮੈਂ ਸਰਵ ਸ਼ਕਤੀਮਾਨ ਪਰਮੇਸ਼ਰ ਆ, ਆਕਾਸ਼ ਅਤੇ ਧਰਤੀ ਦਾ ਮਾਲਕ, ਅਤ ਮਹਾਨ ਪਰਮੇਸ਼ਰ ਆ, ਰਚਨਾ ਕਰਨ ਵਾਲਾ। ਉਹਨੂੰ ਦਰਸ਼ਨ ਦਿੱਤੇ ਤੇ ਉਥੋਂ ਗਾਂ ਜਿਹੜੀ ਸੀ ਪਰਮੇਸ਼ਰ ਦੀ ਮਹਿਮਾ ਉਪਾਸਨਾ ਦੀ ਗੱਲ ਸ਼ੁਰੂ ਹੋਈ। ਤੇ ਇੱਥੇ ਮੂਸਾ ਨੂੰ ਪਰਮੇਸ਼ਰ ਹੁਕਮ ਲਿਖਾ ਰਿਹਾ, ਇਸਰਾਇਲੀ ਲੋਕਾਂ ਨੇ ਨਹੀਂ ਲਿਖਾ ਰਿਹਾ, ਬਲਕਿ ਸਾਰੀ ਦੁਨੀਆ ਲਈ ਲਿਖਾ ਰਿਹਾ। ਪੜ੍ਹ ਦਿਓ। ਹਾਂਜੀ। ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ। ਵੀ ਪਰਮੇਸ਼ਰ ਦਾ ਹੀ ਧੰਨਵਾਦ ਕਰਨਾ ਤੁਸੀਂ।
ਉਹਦੀ ਵਡਿਆਈ ਕਰਨੀ ਆ, ਉਹਦੇ ਅੱਗੇ ਪ੍ਰਾਰਥਨਾ ਕਰਨੀ ਆ ਤੇ ਉਹਦੇ ਹੀ ਬਚਨ ਦੀ ਪਾਲਣਾ ਕਰਨੀ ਆ ਤੁਸੀਂ ਅੱਗੇ। ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ। ਉਹ ਤੁਹਾਡੀ ਰੋਟੀ ਤੇ ਪਾਣੀ ਨੂੰ ਬਰਕਤ ਦੇਵੇਗਾ। ਹਾਂਜੀ। ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ, ਬਰਕਤ ਆਊਗੀ, ਤੰਦਰੁਸਤੀ ਆਊਗੀ। ਤੁਸੀਂ ਦੇਖੋ ਇਹ ਦੋ ਮੁੱਖ ਗੱਲਾਂ ਖਾਸ ਆ ਘਰ ਵਿੱਚ, ਬਰਕਤ ਹੋਵੇ ਤੇ ਤੰਦਰੁਸਤੀ ਹੋਵੇ। ਹਾਲੇਲੂਇਆ। ਇਹ ਦੋ ਖਾਸ ਗੱਲਾਂ ਆ। ਅੱਛਾ, ਹੁਣ ਇਹ ਦੋ ਗੱਲਾਂ ਅਸੀਂ ਪੜੀਆਂ ਇੱਥੇ, ਰੋਟੀ ਪਾਣੀ 'ਚ ਬਰਕਤ ਤੇ ਤੰਦਰੁਸਤੀ, ਪਰ ਸਾਰੀਆਂ ਆਸ਼ੀਸ਼ਾਂ ਇਹਦੇ ਨਾਲ ਹੀ ਜੁੜੀਆਂ ਆ। ਸਾਰੀਆਂ ਆਸ਼ੀਸ਼ਾਂ ਉਪਾਸਨਾ ਦੇ ਨਾਲ ਹੀ ਜੁੜੀਆਂ ਆ। ਹੁਣ ਤੁਸੀਂ ਦੇਖੋ ਬਿਜਲੀ ਦੇ ਨਾਲ ਆ ਸਪੀਕਰ ਵੀ ਚੱਲਦਾ ਤੇ ਬਿਜਲੀ ਨਾਲ ਪੱਖੇ ਚੱਲਦੇ ਤੇ ਬਿਜਲੀ ਨਾਲ ਹੀ ਲਾਈਟ ਚੱਲਦੀ ਹੈ, ਬਿਜਲੀ ਨਾਲ ਸਾਰਾ ਕੁਝ ਚੱਲਦਾ। ਇਸ ਤਰ੍ਹਾਂ ਜਿਹੜੀ ਉਪਾਸਨਾ ਆ, ਉਪਾਸਨਾ ਦੇ ਨਾਲ ਜਿੱਥੇ ਬਰਕਤ ਆ, ਉਪਾਸਨਾ ਜਿੱਥੇ ਤੰਦਰੁਸਤੀ ਆ, ਤੇ ਉਪਾਸਨਾ ਦੇ ਨਾਲ ਹੀ ਤਾਂ ਲੰਬੀ ਉਮਰ ਆ, ਤੇ ਉਪਾਸਨਾ ਦੇ ਨਾਲ ਹੀ ਅਸੀਂ ਉਹਦੇ ਸਵਰਗ ਰਾਜ 'ਚ ਪਹੁੰਚਣਾ ਆ, ਤੇ ਉਪਾਸਨਾ ਦੇ ਨਾਲ ਹੀ ਸਾਨੂੰ ਹਰ ਆਸ਼ੀਸ਼ ਮਿਲਣੀ ਆ, ਚਾਹੇ ਕੋਈ ਵੀ ਆਸ਼ੀਸ਼ ਹੈ। ਉਪਾਸਨਾ ਦੇ ਨਾਲ ਅਸੀਂ ਸਾਰੀਆਂ ਮੁਸੀਬਤਾਂ ਤੋਂ ਬਚ ਜਾਣਾ ਆ। ਹਾਲੇਲੂਇਆ, ਹਾਲੇਲੂਇਆ। ਬਾਈਬਲ 'ਚ ਜਿੰਨੀਆਂ ਅਸੀਂ ਪੜ੍ਹ ਲੈਨੇ ਸਾਖੀਆਂ ਗਵਾਈਆਂ, ਇਹ ਸਾਰੀਆਂ ਉਪਾਸਨਾ ਦੇ ਦੁਆਰਾ ਹੀ ਆ। ਅਬਰਾਹਮ ਨੂੰ 100 ਸਾਲ ਦੀ ਉਮਰ 'ਚ ਰੱਬ ਨੇ ਆਸ਼ੀਸ਼ ਦਿੱਤੀ, ਇਹ ਉਪਾਸਨਾ ਦੇ ਦੁਆਰਾ। ਇਸਹਾਕ ਨੂੰ 60 ਸਾਲਾਂ ਦੀ ਉਮਰ 'ਚ 2 ਜੋੜੇ ਬੱਚਿਆਂ ਦੀ ਆਸ਼ੀਸ਼ ਦਿੱਤੀ, ਇਹ ਇਸਹਾਕ ਦੀ ਉਪਾਸਨਾ। ਯਕੂਬ ਜਿਹਦਾ ਨਾਂ ਇਸਰਾਇਲ ਰੱਖਿਆ, ਇਸਰਾਇਲ ਦੇ ਨਾਂ ਤੇ ਇਸਰਾਇਲ ਦੇਸ਼ ਬਣਿਆ, ਤੇ ਯਕੂਬ ਨੂੰ ਅੰਸ਼ ਨੂੰ ਸਾਰਾ ਦੇਸ਼ ਦਿੱਤਾ। ਇਹ ਪਰਮੇਸ਼ਰ ਦੀ ਉਪਾਸਨਾ ਦਾ ਹੀ ਰਿਜ਼ਲਟ ਆ। ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਦੀ ਉਪਾਸਨਾ ਦਾ ਹੀ ਰਿਜ਼ਲਟ ਆ। ਹਰ ਆਸ਼ੀਸ਼ ਜਿਹੜੀ ਆ ਉਪਾਸਨਾ ਨਾਲ ਜੁੜੀ ਆ, ਪ੍ਰਾਰਥਨਾ ਦੇ ਨਾਲ, ਉਹਦੀ ਵਡਿਆਈ ਦੇ ਨਾਲ, ਉਹਦੇ ਧੰਨਵਾਦ ਨਾਲ ਜੁੜੀ ਆ। ਉਹ ਵੱਖਰੀ ਗੱਲ ਆ ਵੀ ਕਈ ਵਾਰੀ ਆਪਾਂ ਕੀ ਕਰਦੇ, ਜਿੱਦਾਂ ਇੱਥੇ ਉਹ ਆਏ ਉੱਠ ਕੇ ਉਦਾਂ ਹੀ ਚਲ ਜਾਂਦੇ, ਨਾ ਪ੍ਰੇਅਰ ਕਰਦੇ, ਨਾ ਧੰਨਵਾਦ ਕਰਦੇ, ਨਾ ਵਡਿਆਈ ਕਰਦੇ। ਰੱਬ ਦਾ ਬੰਦਾ ਜ਼ੋਰ ਲਾ ਲਾ ਕੇ ਥੱਕ ਜਾਂਦਾ। ਹੁੰਦੀ ਨਾ ਏਦਾਂ। ਉਪਾਸਨਾ ਦੇ ਨਾਲ ਹਰ ਆਸ਼ੀਸ਼ ਜੁੜੀ ਆ, ਤੇ ਜੇ ਹੁਣ ਅਸੀਂ ਉਹਦੀ ਉਪਾਸਨਾ ਨਹੀਂ ਕਰਾਂਗੇ ਤਾਂ ਫੇਰ ਤਾਂ ਸਾਡੇ ਸਾਲ ਵਧੀ ਜਾਣੇ ਆ, ਤੇ ਆਸ਼ੀਸ਼ ਕੋਈ ਨਹੀਂ ਜੀਵਨ 'ਚ ਨਜ਼ਰ ਆਉਣੀ। ਹਾਲੇਲੂਇਆ। ਸਾਡੇ ਸਾਲ ਵਧੀ ਜਾਣੇ ਆ, ਆਸ਼ੀਸ਼ ਨਜ਼ਰ ਨਹੀਂ ਆਉਣੀ। ਕਿਉਂ? ਕਿਉਂਕਿ ਉਪਾਸਨਾ ਦੇ ਵਿੱਚ ਆਸ਼ੀਸ਼ ਹੈ। ਜਿਨ੍ਹਾਂ ਨੇ ਉਪਾਸਨਾ ਕੀਤੀ, ਪਰਮੇਸ਼ਰ ਨੇ ਉਹਨਾਂ ਨੂੰ ਦੁਨੀਆ ਵਿੱਚ ਰਾਜਿਆਂ ਤਰ੍ਹਾਂ ਕੀ ਬਣਾ ਦਿੱਤਾ। ਹੁਣ ਦਾਊਦ ਦੀ ਅਸੀਂ ਗੱਲ ਕਰਦੇ ਹਾਂ। ਦਾਊਦ ਉਪਾਸਨਾ ਕਰਨ ਵਾਲਾ ਸੀ, ਪ੍ਰਾਰਥਨਾ ਕਰਨ ਵਾਲਾ ਸੀ, ਗਰੀਬ ਪਰਿਵਾਰ। ਪਰਮੇਸ਼ਰ ਨੇ ਉਹਨੂੰ ਰਾਜ ਦਿੱਤਾ ਇਸਰਾਇਲ ਦੇਸ਼ ਦਾ। ਹਾਲੇਲੂਇਆ। ਬੜੀਆਂ ਮੁਸੀਬਤਾਂ ਆਏ, ਬੜੇ ਦੁੱਖ ਆਏ, ਰੱਬ ਨੇ ਹਰ ਦੁੱਖ ਮੁਸੀਬਤ ਤੋਂ ਉਹਨੂੰ ਆਜ਼ਾਦੀ ਦਿੱਤੀ। ਲਓ ਜੀ, ਧਿਆਨ ਦੇਵਾਂਗੇ ਦੂਜਾ ਸੈਮੂਅਲ ਦੀ ਪੁਸਤਕ 4 ਅਧਿਆਏ, ਉਹਦੀ 9 ਐਤ ਪੜਾਂਗੇ। ਉਪਾਸਨਾ ਦੇ ਦੁਆਰਾ ਹਰ ਮੁਸੀਬਤ ਤੋਂ ਆਜ਼ਾਦੀ ਆ, ਹਰ ਮੁਸੀਬਤ ਤੋਂ ਆਜ਼ਾਦੀ ਆ। ਇਸ ਜ਼ਮੀਨ ਤੇ ਬੜੀਆਂ ਮੁਸੀਬਤਾਂ ਆਉਂਦੀਆਂ, ਮੁਸ਼ਕਿਲਾਂ ਆਉਂਦੀਆਂ, ਪਰ ਜਿਹੜਾ ਬੰਦਾ ਉਹਦੀ ਉਪਾਸਨਾ ਕਰਨ ਵਾਲਾ ਆ, ਉਹਨੂੰ ਹਰ ਮੁਸੀਬਤ ਤੋਂ ਛੁਟਕਾਰਾ ਮਿਲੇਗਾ। ਪੜ੍ਹ ਦਿਓ ਜੀ। ਹਾਂਜੀ। ਤਦ ਦਾਊਦ ਨੇ ਰੇਕਾਬ ਅਤੇ ਉਹਦੇ ਭਰਾ ਬੁਆਨਾ ਨੂੰ, ਜੋ ਬੇਰੋਥੀ ਰਿਮੋਨ ਦੇ ਪੁੱਤਰ ਸਨ, ਉੱਤਰ ਦੇ ਕੇ ਆਖਿਆ, ਭਈ ਜਿਉਂਦੇ ਯਹੋਵਾ ਦੀ ਸਹੁੰ, ਜੀ ਨੇ ਮੇਰੀ ਜਿੰਦ ਨੂੰ ਸਭਨਾ ਦੁੱਖਾਂ ਵਿੱਚੋਂ ਛੁਟਕਾਰਾ ਦਿੱਤਾ। ਬਸ ਇੱਥੇ ਉਹ ਕਹਿੰਦਾ ਜਿਉਂਦੇ ਪਰਮੇਸ਼ਰ ਦੀ ਸਹੁੰ। ਕਿਉਂ ਕਹਿ ਰਿਹਾ? ਉਹ ਕਹਿੰਦਾ ਪਰਮੇਸ਼ਰ ਜਿਉਂਦਾ ਆ।
ਪਰ ਉਹ ਕਹਿੰਦਾ ਲੋਕਾਂ ਦੀ ਹਾਲਤ ਕੀ ਆ, ਉਹ ਹੱਥਾਂ ਦੇ ਨਾਲ ਬੁੱਤ ਬਣਾ ਕੇ ਤਾਂ ਉਹਨੂੰ ਆਪਣਾ ਰੱਬ ਮੰਨਦੇ ਆ। ਪਰ ਕਹਿੰਦਾ ਜਿਉਂਦੇ ਪਰਮੇਸ਼ਰ ਦੀ ਸਹੁੰ, ਜਿਸ ਨੇ ਮੇਰੀ ਜਿੰਦ ਨੂੰ ਸਾਰੇ ਦੁੱਖਾਂ ਤੋਂ ਛੁਟਕਾਰਾ ਦਿੱਤਾ। ਫਿਰ ਇਹ ਲਾਈਨ ਪੜ੍ਹ ਦਿਓ ਭਈ ਜਿਉਂਦੇ ਯਹੋਵਾ ਦੀ ਸਹੁੰ, ਜਿਉਂਦੇ ਪਰਮੇਸ਼ਰ ਦੀ ਸਹੁੰ। ਉਹ ਕਹਿੰਦਾ ਪਰਮੇਸ਼ਰ ਜੀਦਾ ਆ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਆ। ਜਿਉਂਦੇ ਪਰਮੇਸ਼ਰ ਦੀ ਸਹੁੰ, ਜਿਸ ਨੇ ਮੇਰੀ ਜਿੰਦ ਨੂੰ, ਹਾਂਜੀ, ਸਭਨਾ ਦੁੱਖਾਂ ਵਿੱਚੋਂ ਛੁਟਕਾਰਾ ਦਿੱਤਾ। ਸਾਰਿਆਂ ਦੁੱਖਾਂ ਤੋਂ ਛੁਟਕਾਰਾ। ਉਹ ਜਿਉਂਦਾ ਪਰਮੇਸ਼ਰ ਏਦਾਂ ਹੀ ਸਾਰਿਆਂ ਨਾਲ ਵਰਤਦਾ ਆ ਜਿਹੜੇ ਉਹਦੀ ਉਪਾਸਨਾ ਕਰਦੇ ਆ, ਜਿਹੜੇ ਉਹਦੀ ਵਡਿਆਈ ਕਰਦੇ, ਧੰਨਵਾਦ ਕਰਦੇ, ਜਿਹੜੇ ਉਹਦੇ ਅੱਗੇ ਪ੍ਰਾਰਥਨਾ ਕਰਦੇ ਆ, ਉਹ ਏਦਾਂ ਹੀ ਸਾਰਿਆਂ ਨਾਲ ਵਰਤਦਾ ਆ। ਹਾਲੇਲੂਇਆ, ਹਾਲੇਲੂਇਆ। ਉਹ ਸਾਰਿਆਂ ਨਾਲ ਇਦਾਂ ਹੀ ਵਰਤਦਾ ਆ। ਉਹ ਕਹਿੰਦਾ ਜਿਹਦੇ ਪਰਮੇਸ਼ਰ ਦੀ ਸਹੁੰ, ਕਹਿੰਦਾ ਜਿਹਨੇ ਮੇਰੀ ਜਿੰਦ ਨੂੰ ਸਾਰਿਆਂ ਦੁੱਖਾਂ ਤੋਂ ਛੁਟਕਾਰਾ ਦਿੱਤਾ। ਹਾਲੇਲੂਇਆ। ਪੜ੍ਹ ਦਿਓ ਫਿਰ ਇੱਕ ਵਾਰੀ ਲੈਣ ਇਹ, ਭਈ ਜਿਉਂਦੇ ਯਹੋਵਾ ਦੀ ਸਹੁੰ, ਜਿਉਂਦੇ ਯਹੋਵਾ ਪਰਮੇਸ਼ਰ ਦੀ ਸਹੁੰ, ਜਿਸ ਨੇ ਮੇਰੀ ਜਿੰਦ ਨੂੰ ਸਭਨਾ ਦੁੱਖਾਂ ਵਿੱਚੋਂ ਛੁਟਕਾਰਾ ਦਿੱਤਾ। ਜਿਹਨੇ ਮੇਰੀ ਜਿੰਦ ਨੂੰ ਸਭਨਾ ਦੁੱਖਾਂ ਤੋਂ ਛੁਟਕਾਰਾ। ਹਾਲੇਲੂਇਆ, ਹਾਲੇਲੂਇਆ। ਇਹ ਵਾਅਦਾ ਪਰਮੇਸ਼ਰ ਦਾ ਸਾਰਿਆਂ ਨਾਲ ਆ ਜਿਹੜੇ ਉਹਦੀ ਉਪਾਸਨਾ ਕਰਦੇ ਆ। ਜਿੱਦਾਂ ਰੋਟੀ ਪਾਣੀ ਦੀ ਗੱਲ ਅਸੀਂ ਸੁਣ ਲਈ, ਜਿੱਦਾਂ ਤੰਦਰੁਸਤੀ ਦੀ ਗੱਲ ਸੁਣ ਲਈ ਆ, ਇੱਥੇ ਇਹ ਵੀ ਗੱਲ ਕਿ ਜਿਹੜੇ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰਦੇ ਆ ਤੇ ਪਰਮੇਸ਼ਰ ਉਹਨਾਂ ਦੀ ਜਿੰਦ ਨੂੰ, ਜਾਨ ਨੂੰ, ਉਹਨਾਂ ਦੇ ਜੀਵਨ ਨੂੰ ਸਾਰਿਆਂ ਦੁੱਖਾਂ ਤੋਂ ਛੁਟਕਾਰਾ ਦਿੰਦਾ। ਇਹਦੀ 7 ਅਧਿਆਇ ਪੜਾਂਗੇ ਅਸੀਂ। 7 ਦੀ ਪਹਿਲੀ ਆਇਤ, 7 ਅਧਿਆਇ ਉਹਦੀ ਪਹਿਲੀ ਆਇਤ ਪੜ੍ਹ ਦਿਓ। ਇੱਥੇ ਪਰਮੇਸ਼ਰ ਦਾ ਪ੍ਰੇਮੀ ਦਾਊਦ ਇਸ ਤਰ੍ਹਾਂ ਲਿਖ ਰਿਹਾ। ਉਹ ਗਰੀਬ ਸੀ, ਪਰਿਵਾਰ ਗਰੀਬ ਸੀ, ਪਰ ਪਰਮੇਸ਼ਰ ਨੇ ਉਹਨੂੰ ਆਸ਼ੀਸ਼ ਦਿੱਤੀ, ਰਾਜ ਦੀ, ਪਾਤਸ਼ਾਹ ਬਣ ਗਿਆ ਇਸਰਾਏਲੀਆਂ ਦਾ। ਹਾਂਜੀ ਪੜ੍ਹ ਦਿਓ ਜੀ। ਅਜਿਹਾ ਹੋਇਆ ਜਿਸ ਵੇਲੇ ਪਾਤਸ਼ਾਹ ਘਰ ਵਿੱਚ ਬੈਠਾ ਸੀ। ਪਾਤਸ਼ਾਹ ਬਣ ਗਿਆ। ਇੱਕ ਗਰੀਬ ਪਰਿਵਾਰ ਸੀ, ਪਰ ਉਪਾਸਨਾ ਦੇ ਦੁਆਰਾ ਪਰਮੇਸ਼ਰ ਉਹਨੂੰ ਉਚਾਈ ਤੇ ਲੈ ਕੇ ਗਿਆ। ਰੋਟੀ ਪਾਣੀ ਦੀ ਬਰਕਤ ਹੀ ਨਹੀਂ, ਬਲਕਿ ਪਰਮੇਸ਼ਰ ਸਾਰੇ ਦੇਸ਼ 'ਚ ਉਹਨੂੰ ਉੱਚਾ ਕੀਤਾ। ਹਾਂਜੀ ਪੜ੍ਹ ਦਿਓ। ਅਜਿਹਾ ਹੋਇਆ, ਅਜਿਹਾ ਹੋਇਆ, ਹਾਂਜੀ, ਜਿਸ ਵੇਲੇ ਪਾਤਸ਼ਾਹ ਘਰ ਵਿੱਚ ਬੈਠਾ ਸੀ। ਇੱਥੇ ਹੁਣ ਉਹ ਪਾਤਸ਼ਾਹ ਬਣ ਗਿਆ ਆ। ਦਾਊਦ ਸਧਾਰਨ ਮਨੁੱਖ ਜਿਹੜਾ ਭੇਡਾਂ ਚਾਰਨ ਵਾਲਾ, ਉਪਾਸਨਾ ਕਰਦੇ ਕਰਦੇ ਨੇ ਰੱਬ ਨੇ ਉਹਨੂੰ ਪਾਤਸ਼ਾਹ ਬਣਾ ਦਿੱਤਾ। ਭਾਵ ਪੂਰੇ ਦੇਸ਼ ਦਾ ਉਹਨੂੰ ਪ੍ਰਧਾਨ ਬਣਾਇਆ। ਪੂਰੇ ਦੇਸ਼ ਦੇ ਲੋਕਾਂ ਦੀ ਉਹਨੇ ਅਗਵਾਈ ਕੀਤੀ, ਉਪਾਸਨਾ ਦੀ ਆਸ਼ੀਸ਼। ਜਦੋਂ ਪਾਤਸ਼ਾਹ ਘਰ ਵਿੱਚ ਬੈਠਾ ਸੀ, ਹਾਂਜੀ ਪੜ੍ਹ ਦਿਓ। ਅਤੇ ਯਹੋਵਾ ਨੇ ਉਸ ਦੇ ਚੁਫੇਰੇ ਦੇ ਵੈਰੀਆਂ ਤੋਂ ਉਹਨੂੰ ਸੁੱਖ ਦਿੱਤਾ। ਹਾਂ, ਹਾਲੇਲੂਇਆ, ਹਾਲੇਲੂਇਆ। ਹੁਣ ਧਿਆਨ ਦੇਵਾਂਗੇ ਸਾਰੇ, ਜਿੰਨੇ ਆਪਾਂ ਬੈਠੇ ਆ, ਵਿਚਾਰ ਕਰੋ। ਆਲੇ ਦੁਆਲਿਓ ਕਿੰਨੇ ਵਿਰੋਧੀ ਵੈਰੀ ਆ। ਮੇਰਾ ਖਿਆਲ ਕੋਈ ਇਦਾਂ ਦਾ ਬੰਦਾ ਨਹੀਂ ਹੋਣਾ ਜਿਹਦੇ ਹੈ ਨਹੀਂ ਗੇ। ਹਾਲੇਲੂਇਆ। ਆਪਾਂ ਨਹੀਂ ਕਿਸੇ ਨੂੰ ਸਮਝਣਾ, ਆਪਾਂ ਨਹੀਂ ਕੋਈ ਮਾੜੀ ਸੋਚ ਰੱਖਣੀ, ਪਰ ਇਹ ਦਾਊਦ ਲਿਖਦਾ, ਕਹਿੰਦਾ ਉਹਨੇ ਧਗਾਣੇ ਮੇਰੇ ਨਾਲ ਬੈਰ ਕੀਤਾ, ਐਵੇਂ ਹੀ ਬੈਰ ਕਰਦੇ ਰਹੇ ਮੇਰੇ ਨਾਲ, ਐਵੇਂ ਹੀ ਬੈਰ। ਇਹ ਵੀ ਗੱਲ ਹੁੰਦੀ ਆ ਬਈ ਐਵੇਂ ਹੀ ਬੈਰ ਕਰਨਾ, ਐਵੇਂ ਹੀ ਬੈਰ ਕਰਨਾ, ਐਵੇਂ ਹੀ ਦੁੱਖ ਕਰਨਾ, ਐਵੇਂ ਹੀ ਦੁੱਖ ਦੇਣਾ, ਐਵੇਂ ਹੀ ਤੰਗੀਆਂ ਦੇਣੀਆਂ, ਐਵੇਂ ਹੀ ਪਰੇਸ਼ਾਨ ਕਰਨਾ। ਹਾਲੇਲੂਇਆ। ਉਹ ਕਹਿੰਦਾ ਧਗਾਣੇ ਉਹਨੇ ਬੈਰ ਕੀਤਾ, ਪ੍ਰਭੂ ਯਿਸੂ ਮਸੀਹ ਦੇ ਨਾਲ ਐਵੇਂ ਹੀ ਬੈਰ ਕੀਤਾ ਗ੍ਰੰਥੀਆਂ ਨੇ, ਲੋਕਾਂ ਨੇ। ਪ੍ਰਭੂ ਨੇ ਕੋਈ ਵੀ ਪਾਪ ਨਹੀਂ ਕੀਤਾ, ਐਵੇਂ ਹੀ ਬੈਰ ਕੀਤਾ, ਐਵੇਂ ਹੀ ਬੈਰ ਕਰਕੇ ਸਲੀਬ ਤੇ ਚੜਾ ਦਿੱਤਾ। ਪਰ ਇਹ ਆ ਬਈ ਜਿੱਦਾਂ ਪ੍ਰਭੂ ਜੀ ਕਹਿੰਦੇ ਆ, ਮਨੁੱਖ ਦਾ ਪੁੱਤਰ ਜਿਵੇਂ ਉਹਦੇ ਹੱਕ 'ਚ ਲਿਖਿਆ ਆ ਬਈ ਉਹਨੇ ਤਾਂ ਦੁੱਖ ਝੱਲਣਾ ਹੀ ਆ, ਪਰ ਹਾਏ ਉਸ ਮਨੁੱਖ ਕਰਕੇ ਜਿਹਦੇ ਰਾਹੀਂ ਉਹਨੇ ਫੜਾਇਆ ਜਾਣਾ ਆ। ਬਈ ਮੈਂ ਤਾਂ ਆਪਣਾ ਮਕਸਦ ਪੂਰਾ ਕਰਨਾ ਹੀ ਆ, ਆਪਣੀ ਕੁਰਬਾਨੀ ਦੇਣੀ ਆ, ਪਰ ਹਾਏ ਸਰਾਪ ਉਸ ਤੇ ਜਿਹਦੇ ਰਾਹੀਂ ਫੜਾਇਆ ਜਾਣਾ। ਉਹ ਯਹੂਦਾ ਸੀ। ਸਾਡੇ ਪ੍ਰਭੂ ਦੀ ਇਹ ਗੱਲ ਦਾ ਅਸੀਂ ਦੇਖਦੇ ਆ, ਉਹਦੇ ਬਾਰੇ ਲਿਖਿਆ ਧਗਾਣੇ ਬੈਰ ਕੀਤਾ, ਬਈ ਐਵੇਂ ਬੈਰ ਕਰ ਲਿਆ, ਐਵੇਂ ਬੈਰ ਕਰਕੇ ਫੜਾਤਾ। ਸੋ ਇਸ ਜ਼ਮੀਨ ਤੇ
क्योंकि शैतान की गल है वो एवें बैरी विरोधी बना दिंदा। सो इत्थे असी बचन जो पढ़िया, दाऊद नूं चफेरे दे बैरियां तो परमेश्वर ने उन्होंने सुख दिता। हुण ये भी वादा आया परमेश्वर का भी जिन्ने मर्जी आले दुआले चफेरे विरोधी बैरी होण, ये परमेश्वर का वादा आया भी मैं तुहाडा बचा करूँगा। मैं तुहाडा की करूँगा, चाहे इंसान होण ते चाहे शैतान होवे। हालेलुया। आले दुआले दे वैरियां तो सुख दिता, आले दुआले दे वैरियां तो छुटकारा दिता। इस करके ये परमेश्वर का वादा अपने सारियां ने नाल। हुण तुसी देखो उपासना दी किड्डे किड्डे रिजल्ट है, बिच फेरे दे बैरियां तो त्यानू सुख दऊगा। आले दुआले जिन्नियां मुश्किलां आफतां मुसीबतां आ बे सारियां तो तुहाडा की करूगा, बचा करूगा। हालेलुया। पढ़ दिओ फिर एक बारी। ਅਜਿਹਾ ਹੋਇਆ ਜਿਸ ਵੇਲੇ ਪਾਤਸ਼ਾਹ ਘਰ ਵਿੱਚ ਬੈਠਾ ਸੀ ਅਤੇ ਯਹੋਵਾ ਨੇ ਉਸ ਦੇ ਚੁਫੇਰੇ ਦੇ ਬੈਰੀਆਂ ਤੋਂ ਉਹਨੂੰ ਸੁੱਖ ਦਿੱਤਾ। हाँ, चफेरे दे बैरियां तो सुख दिता। बे सारे बैरी जेड़े सी दूर कर दिते। हालेलुया। चफेरे दे बैरियां तो सुख देता, सुखी करता उन्होंने। हालेलुया। ये वादा अपने नाल भी आ, ये वादा अपने नाल भी आ। हालेलुया। राजियां दी पुस्तक एक अध्याय उहदी 29 आयत भी पढ़ दिओ, इत्थे भी यही गल करदा। इहदे नाल ही है सैमुअल दे, दूजे सैमुअल दे नाल राजियां दी पुस्तक एक राजा एक अध्याय उहदी 29 आयत पढ़ दिओ। इत्थे परमेश्वर दा प्रेमी दाऊद जिहड़ा उपासना करन वाला सी, जिहड़ा प्रार्थना करन वाला सी, जिहड़ा परमेश्वर दी वडियाई करन वाला सी, जिहड़ा परमेश्वर अगे प्रार्थना करन वाला सी, वो ये गल कहंदा। पढ़ दिओ। हाँ जी। ਪਾਤਸ਼ਾਹ ਨੇ ਸਹੁੰ ਖਾ ਕੇ ਆਖਿਆ। पातशाह पहला दाऊद साधारण मनुख सी, फिर पातशाह बनाता परमेश्वर ने उन्हें। पातशाह ने सौं खा के आख्या ਜਿਉਂਦੇ ਯਹੋਵਾ ਦੀ ਸਹੁੰ। इस करके सौं खादी भी गल जी सच्ची आ। ये गल की आ, सच्ची आ, कोई एवें ना जाने इस गल नूं। सौं खा के आख्या। हाँ जी। ਜਿਉਂਦੇ ਯਹੋਵਾ ਦੀ ਸਹੁੰ हाँ, ਜਿਸ ਮੇਰੇ ਪ੍ਰਾਣਾਂ ਨੂੰ ਸਾਰੀਆਂ ਦੁੱਖਾਂ ਤੋਂ ਛੁਡਾਇਆ। जिस मेरे प्राणा नूं सारियां दुखां तो छुड़ाया। हालेलुया। 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 जिस मेरे प्राणा नूं, उत्थे क्या जिंद, जिंद जान प्राण इको ही चीज है। जिस मेरे प्राणा नूं सारियां दुखां तो छुड़ाया। पढ़ दिओ फिर एक बारी। ਪਾਤਸ਼ਾਹ ਨੇ ਸਹੁੰ ਖਾ ਕੇ ਆਖਿਆ। पातशाह ने सौं खा के आख्या। हाँ जी। ਜਿਉਂਦੇ ਯਹੋਵਾ ਦੀ ਸਹੁੰ जिउंदे परमेश्वर दी सौं। हाँ जी। ਜਿਸ ਮੇਰੇ ਪ੍ਰਾਣਾਂ ਨੂੰ ਸਾਰੀਆਂ ਦੁੱਖਾਂ ਤੋਂ ਛੁਡਾਇਆ। जिस मेरे प्राणा नूं सारियां दुखां तो छुड़ाया। कोई कवर मटी बुत सानू छुटकारा दे नहीं सकता। हालेलुया। हालेलुया। सो एक समय की गल है, ये जिहड़ा असी दूजा सैमुअल पढ़िया वो चो तुसी आखिरी अध्याय कड्डो। 24 अध्याय आखिरी आ। ये तो पिछे नूं आ जाओ। दूजा सैमुअल 24 अध्याय ओदी आखिरी आयत लगे पढ़ सुनो। दाऊद पातशाह सी, कुछ भुल गलती हुई ते बवा पै गई सारे देश ते। सारे देश की पै गई? बवा पै गई। लोकी मारने शुरू हो गए। लोकी जदों मारने शुरू हो गए ते उथे परमेश्वर का नबी सी, गाद उहदा नां सी। परमेश्वर ने उन्हां गल कीती बे दाऊद नूं कह बे अस्थान बनाओ ते उथे जगवेदी बना के तां उथे भेंट चढ़ाओ ते नाले बेनतियां करो ते परमेश्वर रहम कर दूगा, तरस करूगा ते जिहड़ा बवा जिहड़ी वो खत्म हो जाऊगी। ते दाऊद ने बाडियां दा टाइम सी चलदा। दाऊद ने जिथे परमेश्वर ने उन्होंने दर्शन दिते, वो एक खेत सी, वो खेत का मालक भी बच्चे ही सी, बाडियां चलदियां सी ते उत्थे ही उन्हें खेत के मालक कोलों थां लैके ना उत्थे ही रब की उपासना की, भेटां चढ़ाइयां। जदों उत्थे धन्नवाद किया, भेटां चढ़ाइयां, अरदासां कीतियां,
ਲਓ ਜੀ ਹੁਣ ਪੜ੍ਹਦੇ ਹੋ ਇਹਦੀ 25 ਐਤ ਆਖਰੀ ਐਤ 24 ਦੀ 25। ਫਿਰ ਦਾਊਦ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ ਹਾਂਜੀ ਅਤੇ ਹੋਮ ਦੀਆਂ ਬਲੀਆਂ ਅਤੇ ਸੁਖਸਾਨ ਦੀਆਂ ਭੇਟਾਂ ਚੜਾਈਆਂ, ਹਾਂਜੀ ਜੋ ਯਹੋਵਾ ਨੇ ਦੇਸ਼ ਦੇ ਲਈ ਉਹਨਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਜ਼ਰਾਈਲ ਵਿੱਚੋਂ ਬਵਾ ਹਟ ਗਈ। ਫੇਰ ਪੜ੍ਹ ਦਿਓ ਇੱਕ ਵਾਰੀ। ਹਾਂਜੀ ਫਿਰ ਦਾਊਦ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ। ਉੱਥੇ ਰੱਬ ਦਾ ਧੰਨਵਾਦ ਕੀਤਾ, ਰੱਬ ਦੀ ਉਪਾਸਨਾ ਕੀਤੀ। ਉੱਥੇ ਹੀ ਜਦੋਂ ਉਪਾਸਨਾ ਕੀਤੀ, ਪ੍ਰਾਰਥਨਾ ਕੀਤੀਆਂ, ਤੇ ਸਮਾਂ ਕਿਦਾਂ ਦਾ ਸੀ? ਪੂਰੇ ਦੇਸ਼ ਤੇ ਸਮਾਂ ਸੀ ਖਤਰਨਾਕ। ਹੋ ਸਕਦਾ ਤੁਹਾਡੇ ਪਰਿਵਾਰ ਤੇ ਖਤਰਨਾਕ ਸਮਾਂ ਹੋਵੇ, ਤੰਗੀ ਵਾਲਾ ਹੋਵੇ, ਗਰੀਬੀ ਵਾਲਾ ਹੋਵੇ, ਮੁਸੀਬਤ ਵਾਲਾ ਹੋਵੇ, ਤਾਂ ਤਰੀਕਾ ਇੱਕੋ ਹੀ ਆ। ਹਾਲੇਲੂਇਆ, ਤਰੀਕਾ ਇੱਕੋ ਹੀ ਆ। ਮੁਸੀਬਤ ਵਾਲਾ ਸਮਾਂ ਸੀ ਪੂਰੇ ਦੇਸ਼ ਤੇ। ਉਹ ਮੁਖੀ ਸੀ ਦੇਸ਼ ਦਾ ਦਾਊਦ, ਤੇ ਪਰਮੇਸ਼ਰ ਨੇ ਨਬੀ ਨੂੰ ਕਿਹਾ ਵੀ ਇਹਨੂੰ ਕਹਿ ਵੀ ਇੱਥੇ ਉਪਾਸਨਾ ਕਰੋ, ਹੁਣ ਤੁਸੀਂ ਨਾਲੇ ਪ੍ਰਾਰਥਨਾ ਕਰੋ ਤੇ ਉਪਾਸਨਾ ਕਰੋ। ਉਹਨੇ ਉਸੇ ਸਮੇਂ ਉਹ ਜ਼ਿਮੀਦਾਰ ਕੋਲੋਂ ਥਾਂ ਲੈ ਕੇ ਨਾ, ਸਮਾਨ ਸਮੂਨ ਲੈ ਕੇ ਉੱਥੇ ਹੀ ਉਹਨੇ ਉਪਾਸਨਾ ਸ਼ੁਰੂ ਕੀਤੀ। ਪੜ੍ਹ ਦਿਓ। ਹਾਂਜੀ ਫਿਰ ਦਾਊਦ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ, ਪੱਥਰ ਰੱਖ ਕੇ ਉੱਥੇ ਜਗਵੇਦੀ ਬਣਾਈ, ਉੱਪਰ ਭੇਟ ਚੜਾਈ। ਹਾਂਜੀ ਅਤੇ ਹੋਮ ਦੀਆਂ ਬਲੀਆਂ ਹਾਂਜੀ ਅਤੇ ਸੁਖਸਾਨ ਦੀਆਂ ਭੇਟਾਂ ਚੜਾਈਆਂ। ਹਾਂਜੀ ਸੋ ਯਹੋਵਾ ਨੇ ਦੇਸ਼ ਦੇ ਲਈ ਉਹਨਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਜ਼ਰਾਈਲ ਵਿੱਚੋਂ ਬਵਾ ਹਟ ਗਈ। ਲਓ ਜੀ, ਨਾਲੇ ਉਪਾਸਨਾ ਕੀਤੀ, ਪ੍ਰਾਰਥਨਾ ਕੀਤੀ, ਵਡਿਆਈ ਕੀਤੀ, ਤੇ ਪਰਮੇਸ਼ਰ ਨੇ ਉਸ ਉਪਾਸਨਾ ਨੂੰ, ਬੇਨਤੀ ਨੂੰ ਪ੍ਰਵਾਨ ਕਰ ਲਿਆ। ਪਹੁੰਚ ਗਈ ਉਹ ਆਕਾਸ਼ ਤਾਈਂ। ਤੇ ਉਸ ਸਮੇਂ ਕੀ ਹੋਇਆ? ਉਹ ਬਵਾ ਜਿਹੜੀ ਖਤਮ ਹੋ ਗਈ, ਤੇ ਮਾਹੌਲ ਜਿਹੜਾ ਪੂਰਾ ਠੀਕ ਹੋ ਗਿਆ। ਲੋਕੀ ਜਿਹੜੇ ਮਾਰ ਰਹੇ ਸੀ ਉਹ ਬਿਲਕੁਲ ਬਵਾ ਜਿਹੜੀ ਖਤਮ ਹੋ ਗਈ, ਤੇ ਲੋਕੀ ਮਾਰਨੇ ਜਿਹੜੇ ਸੀ ਬੰਦ ਹੋ ਗਏ। ਹਾਲੇਲੂਇਆ। ਪੜ੍ਹ ਦਿਓ ਫਿਰ ਇੱਕ ਵਾਰੀ। ਫਿਰ ਦਾਊਦ ਨੇ ਉੱਥੇ ਯਹੋਵਾ ਦੇ ਲਈ ਜਗਵੇਦੀ ਬਣਾਈ ਅਤੇ ਹੋਮ ਦੀਆਂ ਬਲੀਆਂ ਅਤੇ ਸੁਖਸਾਨ ਦੀਆਂ ਭੇਟਾਂ ਚੜਾਈਆਂ। ਸੋ ਯਹੋਵਾ ਨੇ ਦੇਸ਼ ਦੇ ਲਈ ਉਹਨਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਜ਼ਰਾਈਲ ਵਿੱਚੋਂ ਬਵਾ ਹਟ ਗਈ। ਬੇਨਤੀਆਂ ਕੀ ਹੋ ਗਈਆਂ? ਮੰਨ ਲਈਆਂ, ਤੇ ਬਵਾ ਕੀ ਹੋ ਗਈ? ਖਤਮ ਹੋ ਗਈ। ਜਿੱਦਾਂ ਅਸੀਂ ਪੜ੍ਹਿਆ, ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ, ਉਹ ਤੁਹਾਡੇ ਰੋਟੀ ਅਤੇ ਪਾਣੀ ਨੂੰ ਬਰਕਤ ਦੇਵੇਗਾ, ਤੇ ਪਰਮੇਸ਼ਰ ਕਹਿੰਦਾ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਹਾਲੇਲੂਇਆ, ਹਾਲੇਲੂਇਆ। ਉਪਾਸਨਾ ਦੇ ਦੁਆਰਾ ਉਹ ਬਵਾ ਪੂਰੇ ਦੇਸ਼ ਤੋਂ ਖਤਮ ਹੋ ਗਈ, ਤੇ ਲੋਕ ਜਿਹੜੇ ਸੀ ਸੁੱਖ ਦੇ ਨਾਲ ਬਸਣੇ ਸ਼ੁਰੂ ਹੋ ਗਏ। ਔਰ ਇਸ ਕਰਕੇ ਇਹ ਜਿਹੜੀ ਉਪਾਸਨਾ ਆ, ਇਹਦੇ ਦੁਆਰਾ ਸਾਨੂੰ ਹਰ ਆਸ਼ੀਸ਼ ਮਿਲਣੀ ਆ। ਪ੍ਰਾਰਥਨਾ ਦੁਆਰਾ, ਧੰਨਵਾਦ ਦੁਆਰਾ, ਵਡਿਆਈ ਦੇ ਦੁਆਰਾ, ਤੇ ਇਹਦੇ ਦੁਆਰਾ ਹੀ ਅਸੀਂ ਸਵਰਗ ਰਾਜ ਦੇ ਵਿੱਚ ਪਹੁੰਚਣਾ ਆ। ਲਓ ਜੀ, ਸਿਰੇ ਤੇ ਚਲੋ, ਸਿਰੇ ਤੇ ਪ੍ਰਕਾਸ਼ ਦੀ ਪੋਥੀ ਆਖਰੀ ਅਧਿਆਏ, ਆਖਰੀ ਪਰਚਾ ਜਿਹੜਾ, ਉੱਥੇ ਚਲ ਜਾਓ। 22 ਅਧਿਆਏ, ਉਹਦੀ 3 ਐਤ ਪੜ੍ਹ ਦਿਓ। 22 ਦੀ 3। ਇੱਥੇ ਵੀ ਉਪਾਸਨਾ, ਉੱਥੇ ਵੀ ਉਪਾਸਨਾ। ਕਿੱਥੇ? ਸਵਰਗ ਵਿੱਚ, ਜਦੋਂ ਦੁਨੀਆ ਤੋਂ ਅੱਗੇ ਜਾਣਾ। ਹਾਲੇਲੂਇਆ। ਇੱਥੇ ਵੀ ਉਪਾਸਨਾ, ਉੱਥੇ ਵੀ ਉਪਾਸਨਾ। ਜਿਹੜੇ ਇੱਥੇ ਉਪਾਸਨਾ ਕਰਨੀ ਸਿੱਖ ਲੈਣਗੇ, ਉਹ ਉੱਥੇ ਉਹਦੇ ਰਾਜ ਦੇ ਵਿੱਚ ਪਹੁੰਚ ਕੇ ਉਹਦੀ ਉਪਾਸਨਾ ਕਰਨਗੇ। ਤਾਂ ਜਿਨ੍ਹਾਂ ਨੂੰ ਇੱਥੇ ਉਪਾਸਨਾ ਕਰਨੀ ਨਹੀਂ ਆਈ, ਉਹ ਨਹੀਂ ਉੱਥੇ ਪਹੁੰਚ ਸਕਦੇ। ਹਾਲੇਲੂਇਆ। ਉੱਥੇ ਪਹੁੰਚ। ਲਓ ਜੀ, ਪੜ੍ਹ ਦਿਓ। 3। ਅਤੇ ਹੁਣ ਅਗਾਹਾਂ ਨੂੰ ਕੋਈ ਸ਼ਰਾਪ ਨਾ ਹੋਵੇਗਾ। ਅੱਗੇ ਸਵਰਗ ਦੀ ਗੱਲ ਆ। ਹਾਂਜੀ। ਅਤੇ ਪਰਮੇਸ਼ਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਉੱਥੇ ਸਵਰਗ 'ਚ ਹੋਣਗੇ। ਹਾਂਜੀ। ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ। ਉਹਦੇ ਲੋਕ ਮਹਿਮਾ ਵਡਿਆਈ ਕਰਨ ਵਾਲੇ ਉਹਦੀ ਉਪਾਸਨਾ ਕਰਨਗੇ। ਉੱਥੇ ਕਿੱਥੇ? ਸਵਰਗ 'ਚ। ਹਾਲੇਲੂਇਆ। ਪੜ੍ਹ ਦਿਓ ਫਿਰ ਇੱਕ ਵਾਰੀ। ਹਾਂਜੀ। ਅਤੇ ਹੁਣ ਅਗਾਹਾਂ ਨੂੰ ਕੋਈ ਸ਼ਰਾਪ ਨਾ ਹੋਵੇਗਾ। ਅੱਗੇ ਨੂੰ ਅਗਾਹਾਂ ਨੂੰ ਸ਼ਰਾਪ ਨਹੀਂ ਹੋਵੇਗਾ। ਪਾਪ ਕਰਕੇ ਸ਼ਰਾਪ, ਕਿਉਂਕਿ ਪ੍ਰਭੂ ਯਿਸੂ ਦੇ ਲਹੂ ਦੇ ਦੁਆਰਾ ਪਾਪ ਮਾਫ ਕਰ ਦਿੱਤੇ ਗਏ, ਸ਼ਰਾਪ ਖਤਮ ਹੋ ਗਏ। ਉਹਦਾ ਲਹੂ ਸਾਨੂੰ ਸਾਰੇ ਪਾਪ ਤੋਂ ਸ਼ੁੱਧ ਕਰਦਾ ਆ। ਪੜ੍ਹ ਦਿਓ। ਹਾਂਜੀ।
ਅਤੇ ਪਰਮੇਸ਼ਰ ਅਤੇ ਲੇਲੇ ਦਾ ਸਿੰਘਾਸਨ ਉਸ ਵਿੱਚ ਹੋਵੇਗਾ। ਪਿਤਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਤੇ ਉਹਦੇ ਲੋਕ ਉੱਥੇ ਹੋਣਗੇ। ਹਾਂਜੀ। ਅਤੇ ਉਹਦੇ ਦਾਸ ਉਹਦੀ ਉਪਾਸਨਾ ਕਰਨਗੇ। ਉਹਦੇ ਦਾਸ, ਉਹਦੇ ਸੇਵਾਦਾਰ, ਉਹਦੀ ਸੰਗਤ ਉੱਥੇ ਕੀ ਕਰੂਗੀ? ਉਪਾਸਨਾ। ਹਾਲੇਲੂਇਆ। ਇਹੀ ਕੰਮ ਉੱਥੇ ਕਰਨਾ, ਇਹੀ ਕੰਮ ਇੱਥੇ ਕਰਨਾ ਤੇ ਇਹੀ ਕੰਮ ਉੱਥੇ ਕਰਨਾ। ਉੱਥੇ ਕੋਈ ਦੁੱਖ ਬਿਮਾਰੀ ਪਾਪ ਸਰਾਪ ਨਹੀਂ ਹੋਣਾ, ਉੱਥੇ ਮੌਤ ਨਹੀਂ ਹੋਣੀ। ਇਸ ਉਪਾਸਨਾ ਦੇ ਦੁਆਰਾ ਅਸੀਂ ਉਹਦੇ ਰਾਜ ਦੇ ਵਿੱਚ ਪਹੁੰਚਣਾ। ਹਰ ਆਸ਼ੀਸ਼ ਇਹਦੇ ਨਾਲ ਜੁੜੀ ਆ, ਹਰ ਆਸ਼ੀਸ਼ ਇਹਦੇ ਨਾਲ, ਹਰ ਆਸ਼ੀਸ਼ ਜੁੜੀ ਆ। ਹੁਣ ਆਪਾਂ ਇਹ ਨਹੀਂ ਦੇਖਣਾ ਵੀ ਆਪਾਂ ਚਰਚ ਚ ਆਉਂਦੇ ਆ, ਪਰ ਇਹ ਵੀ ਦੇਖਣਾ ਵੀ ਆਪਾਂ ਉਪਾਸਨਾ ਕਰਦੇ। ਇਹ ਹੁਣ ਵਿਚਾਰ ਕਰਨਾ ਬਸ। ਆਪਾਂ ਇੱਥੇ ਆ ਕੇ ਪ੍ਰਾਰਥਨਾ ਕਰਦੇ, ਘਰ ਪ੍ਰਾਰਥਨਾ ਕਰਦੇ, ਘਰ ਧੰਨਵਾਦ ਕਰਦੇ, ਘਰ ਵਡਿਆਈ ਕਰਦੇ। ਜੇ ਤੁਸੀਂ ਕਰੋਗੇ ਤੇ ਹਰ ਆਸ਼ੀਸ਼ ਜਿਹੜੀ ਤੁਹਾਡੇ ਜੀਵਨ ਚ ਆਊਗੀ, ਘਰ ਚ ਆਊਗੀ। ਮਾਹੌਲ ਭਾਵੇਂ ਘਰ ਦਾ ਜਿੱਦਾਂ ਦਾ ਮਰਜ਼ੀ ਹੋਵੇ, ਪਰਮੇਸ਼ਰ ਸਾਰਾ ਕੁਝ ਬਦਲ ਦਊਗਾ, ਬਦਲ ਦਊਗਾ ਸਾਰਾ ਕੁਝ। ਇਹ ਉਪਾਸਨਾ ਦੇ ਰਿਜ਼ਲਟ ਤਾਂ ਆਪਾਂ ਥੋੜੇ ਜਿਹੇ ਹੀ ਪੜ੍ਹੇ ਆ। ਇਹ ਸਾਰਾ ਪਵਿੱਤਰ ਬਚਨ ਆਸ਼ੀਸ਼ਾਂ ਨਾਲ ਭਰਿਆ ਹੈ। ਇਹ ਥੋੜੇ ਜਿਹੇ ਪੜ੍ਹੇ, ਆਪਾਂ 2-4 ਹੀ ਪੜ੍ਹੇ ਆ। ਹਾਲੇਲੂਇਆ, ਹਾਲੇਲੂਇਆ। ਧਿਆਨ ਦੇਵੋ ਸਾਰੇ। ਅੱਜ ਸਾਰੇ ਇਦਾਂ ਦੇ ਬਣਨੇ ਚਾਹੀਦੇ ਆ। ਜੇ ਤੁਸੀਂ ਆਸ਼ੀਸ਼ ਲੈਣੀ ਆ, ਜੇ ਤੁਸੀਂ ਸਵਰਗ 'ਚ ਜਾਣਾ ਆ, ਜੇ ਤੁਸੀਂ ਬਰਕਤ ਲੈਣੀ ਆ, ਜੇ ਤੁਸੀਂ ਤੰਦਰੁਸਤੀ ਲੈਣੀ ਆ, ਤਾਂ ਤੁਹਾਨੂੰ ਅਰਦਾਸ ਕਰਨੀ ਪਊਗੀ। ਇੱਥੇ ਵੀ ਤੇ ਘਰ ਜਾ ਕੇ ਵੀ। ਇਹ ਨਹੀਂ ਵੀ ਆਏ ਆ ਰੱਬ ਦੇ ਦਾਸਾਂ ਕੋਲੋਂ ਅਰਦਾਸ ਕਰਾ ਲਈ ਤਾਂ ਚੁੱਪ ਕਰਕੇ ਉੱਠ ਕੇ ਚਲੇ ਗਏ। ਅਰਦਾਸਾਂ ਤਾਂ ਹੀ ਤੁਹਾਡੇ ਲਈ ਕਰੀ ਜਾਣੀਆਂ, ਅਰਦਾਸਾਂ ਤੁਹਾਡੇ ਲਈ ਕਰੀ ਜਾਣੀਆਂ ਆ। ਪਰ ਜਿਹੜਾ ਤੁਹਾਡਾ ਕੰਮ ਆ ਉਹ ਵੀ ਕਰੋ, ਜਿਹੜਾ ਤੁਹਾਡਾ ਕੰਮ ਆ ਉਹ ਵੀ ਕਰੋ। ਹਾਲੇਲੂਇਆ। ਜਿਹੜਾ ਤੁਹਾਡਾ ਕੰਮ ਉਹ ਵੀ ਕਰੋ। ਹੁਣ ਬਹੁਤ ਸਾਰੇ ਲੋਕੀ ਕੀ ਕਹਿੰਦੇ, ਉਹ ਤੋਂ ਅਰਦਾਸ ਕਰਾਓ, ਉਹ ਤੋਂ ਕਰਾਓ। ਇਦਾਂ ਹੁੰਦੀ ਨਾ। ਤੇ ਪ੍ਰਭੂ ਕੀ ਕਹਿੰਦਾ? ਪ੍ਰਭੂ ਕਹਿੰਦਾ ਅਰਦਾਸ ਕਰੋ। ਪ੍ਰਭੂ ਵੀ ਕਹਿੰਦਾ ਅਰਦਾਸ ਕਰੋ। ਤੇ ਲੋਕੀ ਕੀ ਕਹਿੰਦੇ ਆ? ਉਹ ਤੋਂ ਅਰਦਾਸ ਕਰਾਓ, ਉਹ ਤੋਂ ਕਰਾਓ, ਉਹ ਤੋਂ ਕਰਾਓ। ਤੇ ਪ੍ਰਭੂ ਕੀ ਕਹਿੰਦਾ? ਕਹਿੰਦਾ ਉਪਾਸਨਾ ਕਰੋ, ਮੈਂ ਤੁਹਾਨੂੰ ਆਸ਼ੀਸ਼ ਦਊਂਗਾ, ਤੁਹਾਡੇ ਵਿੱਚੋਂ ਬਿਮਾਰੀ ਕੱਢ ਦਊਂਗਾ, ਤੁਹਾਨੂੰ ਬਰਕਤ ਦਊਂਗਾ। ਹਾਲੇਲੂਇਆ, ਹਾਲੇਲੂਇਆ। ਉਪਾਸਨਾ ਕਰੋ, ਉਹ ਤੁਹਾਨੂੰ ਬਰਕਤ ਦਊਗਾ, ਉਹ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਊਗਾ। ਹੁਣ ਮਿਸਾਲ ਦੇ ਤੌਰ ਤੇ ਚਲੋ ਆਪਾਂ ਕਰਾਈ ਜਾਂਦੇ ਪ੍ਰਾਰਥਨਾ, ਠੀਕ ਹੈ, ਰੱਬ ਦੇ ਦਾਸ ਕਰੀ ਜਾਂਦੇ, ਰੱਬ ਕਿਰਪਾ ਕਰੀ ਜਾਂਦਾ। ਅੱਛਾ, ਹੁਣ ਪ੍ਰਭੂ ਨੇ ਦੇਖਣਾ ਵੀ ਆਪ ਤਾਂ ਕਰਦੇ ਕੁਛ ਨਹੀਂ ਇਹ। ਹਾਲੇਲੂਇਆ। ਵਿਚਾਰ ਕਰਨ ਲੱਗੇ ਆਪਾਂ ਹੁਣ ਵੀ ਆਪ ਤਾਂ ਕਰਦੇ ਨਹੀਂ ਇਹ, ਵੀ ਮੇਰਾ ਦਾਸ ਇਹਨਾਂ ਲਈ ਅਰਦਾਸ ਕਰਦਾ, ਵੀ ਮੈਂ ਆਪਣੇ ਦਾਸ ਦੀ ਤਾਂ ਸੁਣਦਾ ਹੀ ਆ, ਵੀ ਮੈਂ ਹੁਣ ਇਹਨਾਂ ਤੇ ਇੰਨੀ ਕਿਰਪਾ ਕਰ ਦਿੱਤੀ, ਹੁਣ ਆਪ ਤਾਂ ਕਰਦੇ ਕੁਛ ਨਹੀਂ ਤੇ ਹੁਣ ਨਹੀਂ ਇਹਨਾਂ ਦੀ ਕਿਰਪਾ ਕਰਨੀ। ਹੁਣ ਭਾਵੇਂ ਦਾਸ ਵੀ ਜਿੱਦਾਂ ਮਰਜ਼ੀ ਇਹਨਾਂ ਲਈ ਅਰਦਾਸ ਕਰੀ ਜਾਣ। ਵਿਚਾਰ ਆ ਇਹ ਕੀ ਆ? ਵਿਚਾਰ ਆ ਵੀ ਆਪ ਤਾਂ ਕਰਦੇ ਕੱਖ ਨਹੀਂ, ਜਿੱਦਾਂ ਕਹਿੰਦੇ ਆਪ ਤਾਂ ਡੱਖਾ ਡੋਰਾ ਨਹੀਂ ਕਰਦੇ। ਵੀ ਦਾਸਾਂ ਦੀਆਂ ਤਾਂ ਬੇਨਤੀਆਂ ਮੈਂ ਸੁਣੀ ਜਾਂਦਾ, ਵੀ ਆਪ ਤਾਂ ਕਰਦੇ ਕੁਛ ਨਹੀਂ। ਹਾਲੇਲੂਇਆ। ਤੇ ਪਰਮੇਸ਼ਰ ਸਾਨੂੰ ਕੀ ਕਹਿੰਦਾ? ਉਹ ਕਹਿੰਦਾ ਉਪਾਸਨਾ ਕਰੋ, ਤੁਸੀਂ ਮੰਗੋ ਤੁਹਾਨੂੰ ਦਿੱਤਾ। ਉਪਾਸਨਾ ਕਰੋ, ਤੁਹਾਡੇ ਵਿੱਚੋਂ ਬਿਮਾਰੀ ਕੱਢ ਦਊਂਗਾ ਮੈਂ। ਉਪਾਸਨਾ ਕਰੋ, ਤੁਹਾਨੂੰ ਬਰਕਤ ਦਊਂਗਾ ਮੈਂ। ਹਾਲੇਲੂਇਆ, ਹਾਲੇਲੂਇਆ। ਇਸ ਕਰਕੇ ਇੱਥੇ ਜਦੋਂ ਆਉਂਦੇ ਆ ਤੇ ਅੱਖਾਂ ਬੰਦ ਕਰਕੇ ਦਿਲ ਖੋਲ ਕੇ ਸ਼ੁਰੂ ਕਰ ਦਿਆ ਕਰੋ ਅਰਦਾਸ। ਇਹ ਨਹੀਂ ਵੀ ਆ ਕੇ ਤਾਂ ਅੱਖਾਂ ਖੋਲ ਕੇ ਇੱਧਰ ਉੱਧਰ ਦੇਖਣ ਲੱਗ ਪਓ। ਤਾਂ ਜੇ ਇਦਾਂ ਆਉਂਦੇ ਰਹੇ ਨਾ, ਫਿਰ ਮਿਲਣਾ ਕੁਛ ਨਹੀਂ ਹੈਗਾ। ਇਹ ਨਹੀਂ ਵੀ ਰੱਬ ਦਾ ਬੰਦਾ ਤੁਹਾਨੂੰ ਜ਼ੋਰ ਲਾ ਲਾ ਕੇ ਕਵੇ ਕਰੋ ਅਰਦਾਸ, ਕਰੋ ਅਰਦਾਸ, ਕਰੋ ਅਰਦਾਸ।
ਤਾਂ ਫੇਰ ਕਿਤੇ ਤੁਸੀਂ ਮਾੜੀ ਜਿਹੀ ਕਰਨ ਲੱਗੋ ਤਾਂ ਉਹਦੀ ਕੀ ਆਸ਼ੀਸ਼ ਮਿਲੂ। ਜ਼ੋਰ ਲਾਈ ਜਾਂਦਾ ਕਰੋ ਅਰਦਾਸ ਕਰੋ ਦਾ, ਕਿਸੇ ਮਾੜਾ ਜਿਹਾ ਮੂੰਹ ਖੋਲ ਦੇ, ਅਗਲੇ ਦਾ ਜ਼ੋਰ ਲੱਗ ਜਾਂਦਾ ਤੇ ਮਾੜਾ ਜਿਹਾ ਮੂੰਹ ਖੋਲ ਦੇ। ਅੱਛਾ ਇਹ ਇਦਾਂ ਦੀ ਉਪਾਸਨਾ ਚੋਂ ਕੀ ਨਿਕਲੂ ਦੱਸੋ, ਕੀ ਮਿਲੂ ਕੁਛ? ਹਾਲੇਲੂਇਆ। ਇਹ ਵਿਚਾਰ ਹੀ ਕਰਨਾ ਆਪਾਂ ਜੇ ਵੀ ਉਹ ਤਾਂ ਜ਼ੋਰ ਲਾਈ ਜਾਂਦਾ ਕਰੋ ਤਾਂ ਉਹਨੂੰ ਤਾਂ ਆਤਮਾ ਮਿਲੀ ਜਾਂਦਾ, ਉਹ ਜ਼ੋਰ ਲਾਈ ਜਾਂਦਾ ਉਹਨੂੰ ਆਤਮਾ ਮਿਲੀ ਜਾਂਦਾ। ਉਹ ਅਗਲਾ ਕਹਿੰਦਾ ਪ੍ਰਭੂ ਤੂੰ ਤਾਂ ਪ੍ਰਾਰਥਨਾ ਕਹਿੰਦੀ ਮੈਂ ਤਾਂ ਤੈਨੂੰ ਆਤਮਾ ਦੇਈ ਜਾਂਦਾ, ਹੁਣ ਇਹ ਵੀ ਕੁਛ ਕਰਨ। ਇਹ ਦਿਲ ਖੋਲਣਗੇ, ਇਹ ਢੱਕਣ ਖੋਲਣਗੇ ਤਾਂ ਫੇਰ ਹੀ ਆਤਮਾ ਪਾਸ ਕਰੂ। ਹਾਲੇਲੂਇਆ ਹਾਲੇਲੂਇਆ। ਤੇ ਜਦੋਂ ਕਿਤੇ ਲੜਾਈ ਵਾਲਾ ਟਾਈਮ ਆ ਜਾਵੇ, ਲੜਾਈ ਵਾਲਾ ਮਾਹੌਲ ਹੋਵੇ ਤਾਂ ਫੇਰ ਤੁਸੀਂ ਦੇਖ ਲਓ ਵੀ ਬੰਦਾ ਪੂਰੇ ਜ਼ੋਰ ਸ਼ੋਰ ਨਾਲ ਬੋਲਦਾ, ਫੇਰ ਭਾਵੇਂ ਬਿਮਾਰੀ ਹੋਵੇ, ਫੇਰ ਭਾਵੇਂ ਬਿਮਾਰੀ ਹੋਵੇ ਤੇ ਸੰਗਤ ਜਾਂ ਕਹਿਣਾ ਬਿਮਾਰੀਆਂ ਵਾਲੇ ਬੋਲ ਨਹੀਂ ਹੁੰਦਾ। ਤੇ ਜਦੋਂ ਮਾਹੌਲ ਲੜਾਈ ਵਾਲਾ ਬਣ ਗਿਆ ਫੇਰ ਥੋੜੀ ਦੇਖਣਾ ਬਿਮਾਰ ਆ। ਇਹੀ ਵਿਚਾਰ ਕਰਨਾ ਆਪਾਂ, ਇਹੀ ਵਿਚਾਰ ਕਰਨਾ ਆਪਾਂ। ਚਾਹੇ ਬੱਚੇ ਆ, ਚਾਹੇ ਜਵਾਨ ਆ, ਚਾਹੇ ਸਿਆਣੇ ਆ, ਜੇ ਤੁਸੀਂ ਸਵਰਗ 'ਚ ਜਾਣਾ ਆ, ਜੇ ਤੁਸੀਂ ਆਸ਼ੀਸ਼ ਲੈਣੀ ਆ ਤੇ ਤੁਹਾਨੂੰ ਦਿਲ ਖੋਲ ਕੇ ਅਰਦਾਸ ਕਰਨੀ ਪੈਣੀ ਆ, ਦਿਲ ਖੋਲ ਕੇ ਵਡਿਆਈ ਕਰਨੀ ਪੈਣੀ, ਇੱਥੇ ਵੀ ਤਾਂ ਘਰ ਵੀ। ਬਾਕੀ ਸਾਡੀਆਂ ਪ੍ਰਾਰਥਨਾ ਤੁਹਾਡੇ ਨਾਲ ਆ ਦਿਨ ਰਾਤ। ਅਸੀਂ ਤਾਂ ਪੂਰਾ ਹਫਤਾ ਹੀ ਅਰਦਾਸ ਕਰਦੇ ਰਹਿੰਦੇ ਆ ਸਬਤ ਲਈ, ਬੇ ਪ੍ਰਭੂ ਤੇਰੀ ਲੋਕ ਆਉਣ, ਕਲੀਸਿਆ ਆਵੇ ਤੇ ਖਾਲੀ ਨਾ ਜਾਵੇ, ਉਹ ਆਸ਼ੀਸ਼ ਲੈ ਕੇ ਜਾਵੇ। ਇਹ ਨਹੀਂ ਹੈਗਾ ਬੇ ਇੱਥੇ 1 ਮਿੰਟ ਲਈ ਤੁਸੀਂ ਪ੍ਰੇਅਰ ਕਰਤੀ ਤੁਹਾਡੇ ਲਈ, ਇਹ ਨਹੀਂ। ਪੂਰਾ ਹਫਤਾ ਹੀ ਤੁਹਾਡੇ ਲਈ ਪ੍ਰੇਅਰ ਹੈ, ਪੂਰਾ ਹਫਤਾ ਤੁਹਾਡੇ ਲਈ ਅਰਦਾਸ ਆ, ਪੂਰਾ ਹਫਤਾ। ਵੇ ਪ੍ਰਭੂ ਤੇਰੇ ਲੋਕਾਂ ਨੇ, ਕਲੀਸਿਆ ਨੇ ਆਉਣਾ ਆ, ਤੇਰੇ ਬੱਚਿਆਂ ਨੇ, ਤੇ ਖਾਲੀ ਨਾ ਜਾਣ, ਉਹ ਆਸ਼ੀਸ਼ ਲੈ ਕੇ ਜਾਣ। ਪੂਰਾ ਹਫਤਾ ਇਦਾਂ ਹੀ ਚੱਲਦਾ, ਦਿਨ ਰਾਤ ਇਦਾਂ ਹੀ ਚੱਲਦਾ ਆ। ਇਸ ਕਰਕੇ ਹੁਣ ਤੁਸੀਂ ਆਦਤ ਪਾਓ ਆਪਣੇ ਆਪ ਨੂੰ, ਪ੍ਰਾਰਥਨਾ ਕਰਨ ਦੀ ਆਦਤ ਪਾਓ, ਧੰਨਵਾਦ ਕਰਨ ਦੀ ਆਦਤ ਪਾਓ, ਵਡਿਆਈ ਕਰਨ ਦੀ ਆਦਤ ਪਾਓ। ਇਹ ਨਾ ਜ਼ੋਰ ਲਾ ਲਾ ਕੇ ਕਹਿਣਾ ਪਵੇ ਵੀ ਗਾਓ ਭਜਨ, ਕਰੋ ਪ੍ਰਾਰਥਨਾ। ਤੁਸੀਂ ਆਪ ਹੀ ਇਹ ਗੱਲ ਸਮਝੋ, ਆਪ ਹੀ ਸਮਝੋ ਗੱਲ ਵੀ ਉਪਾਸਨਾ ਤੋਂ ਬਿਨਾ ਕੁਝ ਮਿਲਣ ਵਾਲਾ ਨਹੀਂ ਗਾ, ਪ੍ਰਾਰਥਨਾ ਤੋਂ ਬਿਨਾ ਕੁਝ ਮਿਲਣ ਵਾਲਾ ਨਹੀਂ, ਵਡਿਆਈ ਤੋਂ ਬਿਨਾ ਕੁਝ ਮਿਲਣ ਵਾਲਾ ਨਹੀਂ ਗਾ। ਹੁਣ ਅਸੀਂ ਪੜ੍ਹ ਲਿਆ ਨਾ ਵੀ ਉੱਥੇ ਵੀ ਤਾਂ ਉਪਾਸਨਾ ਹੀ ਹੋਣੀ ਆ, ਤੇ ਜੇ ਇੱਥੇ ਨਹੀਂ ਕੀਤੀ ਤਾਂ ਉੱਥੇ ਕਿੱਦਾਂ ਪਹੁੰਚਾਂਗੇ। ਹਾਲੇਲੂਇਆ। ਪੜ੍ਹ ਲਿਆ ਨਾ ਸਿਰੇ ਤੇ ਆਪਾਂ ਆਖਰੀ ਅਧਿਆਇ ਪਵਿੱਤਰ ਬਾਈਬਲ ਦਾ, ਵੀ ਉਹਦੇ ਲੋਕ ਉਹਦੀ ਉਪਾਸਨਾ ਕਰਨਗੇ, ਪੂਰੇ ਜ਼ੋਰ ਦੇ ਨਾਲ ਅਰਦਾਸ ਕਰਨੀ ਆ, ਤਾਂ ਫੇਰ ਪਵਿੱਤਰ ਆਤਮਾ ਦੀ ਮੋਹਰ ਤੁਹਾਡੇ ਸਾਰਿਆਂ ਤੇ ਅੱਜ ਹੀ ਲੱਗ ਜਾਣੀ ਆ, ਅੱਜ ਹੀ ਮੋਹਰ ਲੱਗ ਜਾਣੀ, ਅੱਜ ਹੀ ਛੁਟਕਾਰਾ ਮਿਲ ਜਾਣਾ ਤੁਹਾਨੂੰ। ਪੂਰਾ ਜ਼ੋਰ ਲਾਉਣਾ, ਪੂਰਾ ਜ਼ੋਰ ਲਾਉਣਾ, ਅੱਜ ਹੀ ਜਿਹਨੂੰ ਮਸਾ ਨਹੀਂ ਮਿਲਿਆ ਅੱਜ ਹੀ ਮਿਲ ਜਾਣਾ। ਕਿਉਂ? ਕਿਉਂਕਿ ਪਵਿੱਤਰ ਆਤਮਾ ਤਾਂ ਆਉਣਾ ਚਾਹੁੰਦਾ ਆ, ਉਹ ਇਦਾਂ ਹੀ ਆਉਣਾ ਚਾਹੁੰਦਾ ਜਿੱਦਾਂ ਸ਼ੁਰੂ ਦੇ ਵਿੱਚ ਪਾਣੀਆਂ ਤੇ ਪਰਮੇਸ਼ਰ ਦਾ ਆਤਮਾ ਮੰਡਲਾ ਰਿਹਾ ਸੀ, ਫੜਫੜਾ ਰਿਹਾ ਸੀ। ਉਹ ਕਿਉਂ ਫੜਫੜਾ ਰਿਹਾ ਸੀ? ਔਰ ਧਰਤੀ ਆਕਾਸ਼ ਦੀ ਰਚਨਾ ਕਰਨ ਲਈ ਜਾ ਰਿਹਾ ਸੀ। ਉਹ ਤਾਂ ਆਤਮਾ ਅੱਜ ਵੀ ਫੜਫੜਾ ਰਿਹਾ ਆ, ਉਹ ਸਾਨੂੰ ਭਰਨ ਲਈ ਜਾ ਰਿਹਾ ਆ, ਉਹ ਸਾਡਾ ਜੀਵਨ ਬਦਲਣ ਲਈ ਜਾ ਰਿਹਾ, ਉਹ ਸਾਡੇ ਵਿੱਚੋਂ ਬਿਮਾਰੀਆਂ ਰੋਗ ਦੂਰ ਕਰਨ ਲਈ ਜਾ ਰਿਹਾ ਆ। ਇਸ ਕਰਕੇ ਇਸ ਗੱਲ ਤੇ ਆਉਣਾ ਆ ਬਈ ਪੂਰੇ ਜ਼ੋਰ ਨਾਲ। ਬੱਚੇ ਵੀ ਜਿਹੜੇ ਬੈਠੇ ਆ, ਬੱਚੇ ਵੀ ਧਿਆਨ ਕਰੋ ਸਾਰੇ ਹੀ। ਜਦੋਂ ਹੁਣ ਪ੍ਰੇਅਰ ਕਰਨੀ ਆ ਤੇ ਤੁਸੀਂ ਵੀ ਅੱਖਾਂ ਬੰਦ ਕਰਕੇ ਪ੍ਰੇਅਰ ਹੀ ਕਰਨੀ ਆ, ਤੁਹਾਡੇ ਮੂੰਹ ਤੇ ਵੀ ਉਹੀ ਗੱਲ ਹੋਣੀ ਚਾਹੀਦੀ, ਤੇ ਇਹ ਨਹੀਂ ਵੀ ਆਲੇ ਦੁਆਲੇ ਸ਼ਰਾਰਤਾਂ ਕਰਨੀਆਂ। ਬੱਚੇ ਵੀ, ਜਵਾਨ ਵੀ ਤੇ ਬਜ਼ੁਰਗ ਵੀ ਸਾਰੇ ਅਰਦਾਸ ਕਰਨੀ ਆ ਤੇ ਦਿਲ ਖੋਲ ਕੇ ਕਰਨੀ ਆ। ਜਦੋਂ ਸ਼ਬਦ ਗਾਉਣਾ
ਉਦੋਂ ਵੀ ਅੱਖਾਂ ਬੰਦ ਕਰਕੇ ਤੇ ਸ਼ਬਦ ਗਾਉਣਾ। ਆਪਾਂ ਜਿਹੜਾ ਸ਼ਬਦ ਗਾਉਣਾ, ਧੰਨਵਾਦ ਕਰਨਾ, ਪ੍ਰਾਰਥਨਾ ਕਰਨੀ, ਇਹ ਉਪਾਸਨਾ ਆ। ਇਹਦੇ ਨਾਲ ਤੁਹਾਡੇ ਘਰਾਂ ਦੀ ਬਰਕਤ ਜੁੜੀ ਆ। ਇਹਦੇ ਨਾਲ ਘਰਾਂ ਦਾ ਮਾਹੌਲ ਠੀਕ ਹੋ ਜਾਣਾ। ਇਹਦੇ ਨਾਲ ਤੁਹਾਡੀਆਂ ਬਿਮਾਰੀਆਂ ਨਿਕਲ ਜਾਣੀਆਂ ਆ। ਇਹਦੇ ਨਾਲ ਤੁਹਾਨੂੰ ਖੁਸ਼ੀ ਦੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਆ। ਇਹਦੇ ਨਾਲ ਉਹਨੇ ਆਕਾਸ਼ ਖੋਲ ਦੇਣਾ ਆ। ਉਹਨੇ ਖੁਸ਼ ਹੋ ਜਾਣਾ ਤੁਹਾਡੇ ਤੇ। ਜਦੋਂ ਤੁਹਾਡਾ ਬੱਚਾ ਤੁਹਾਡਾ ਕਹਿਣਾ ਮੰਨਦਾ ਤੇ ਤੁਹਾਡੀ ਵਡਿਆਈ ਕਰਦਾ। ਹਾਲੇਲੂਇਆ, ਹਾਲੇਲੂਇਆ। ਹੁਣ ਗੋਡਿਆਂ ਦੇ ਭਾਰ ਹੋ ਕੇ ਤੇ ਹੱਥ ਤਾਂ ਨੂੰ ਅੱਡ ਕੇ, ਹੱਥ ਤਾਂ ਨੂੰ ਅੱਡ ਲੈਣੇ ਤੇ ਥੋੜਾ ਸਮਾਂ 2-4 ਮਿੰਟ ਪ੍ਰਾਰਥਨਾ ਕਰਨੀ। ਆਪਾਂ ਇਦਾਂ ਕਹਿਣਾ ਆ, ਪ੍ਰਭੂ ਜੀ ਤੇਰਾ ਆਤਮਾ ਮੇਰੇ ਜੀਵਨ ਚ ਆਏ। ਆਤਮਾ ਜੀਵਨ ਚ ਆਏ। ਹੁਣ ਆਤਮਾ ਕੀ ਆ? ਇੱਕ ਸਾਡਾ ਆਤਮਾ, ਇੱਕ ਪਰਮੇਸ਼ਰ ਦਾ ਆਤਮਾ। ਇਹ ਉਹ ਆਤਮਾ ਆਉਣਾ ਆ ਜਿਹਨੇ ਤੁਹਾਨੂੰ ਤਾਂ ਮੈਨੂੰ ਰਚਿਆ ਆ। ਇਹ ਉਹ ਆਤਮਾ ਆ ਜਿਹਨੇ ਸੰਸਾਰ ਰਚਿਆ ਆ। ਤੁਸੀਂ ਦੇਖੋ, ਜੇ ਉਹ ਆਤਮਾ ਜੀਵਨ ਚ ਆ ਗਿਆ ਜਿਹਨੇ ਰਚਿਆ ਆ ਤਾਂ ਕੋਈ ਬਿਮਾਰੀ ਰਹੂਗੀ? ਜਿਹਨੇ ਰਚਿਆ ਉਹ ਆਤਮਾ ਜੀਵਨ ਚ ਆ, ਕੋਈ ਬਿਮਾਰੀ ਰਹੂ? ਕੋਈ ਦੁੱਖ ਰਹੂ? ਕੋਈ ਰੋਗ ਰਹੂ? ਕੋਈ ਦੁਸ਼ਟ ਆਤਮਾ ਰਹੂ? ਕੁਛ ਨਹੀਂ ਰਹੂਗਾ। ਪ੍ਰਭੂ ਤੇਰਾ ਆਤਮਾ ਮੇਰੇ ਜੀਵਨ ਚ ਕੰਮ ਕਰੇ। ਲੈ ਇੱਕੋ ਹੀ ਗੱਲ ਕਹਿਣੀ ਬਸ, ਅੱਖਾਂ ਬੰਦ ਕਰਕੇ ਹੱਥ ਅੱਡ ਦਿਓ ਪ੍ਰਭੂ ਵੱਲ। ਇੱਕੋ ਹੀ ਗੱਲ ਕਹਿਣੀ ਆ। ਜਿਹੜੇ ਗੋਡਿਆਂ ਪਰ ਬਹਿ ਸਕਦੇ ਬਹਿ ਜਾਓ। ਇੱਕੋ ਹੀ ਗੱਲ ਕਹਿਣੀ ਆ, ਇੱਕੋ ਹੀ ਗੱਲ, ਬਸ ਇੱਕੋ ਹੀ ਗੱਲ। ਸਾਰਿਆਂ ਨੇ ਇੱਕੋ ਹੀ ਕਹਿਣੀ ਆ, ਪ੍ਰਭੂ ਤੇਰਾ ਆਤਮਾ ਮੇਰੇ ਜੀਵਨ ਚ ਆਏ। ਤੇਰਾ ਆਤਮਾ ਮੇਰੇ ਜੀਵਨ ਚ। ਇੱਕੋ ਹੀ ਗੱਲ ਕਹਿਣੀ ਆ ਬਸ 2-4 ਮਿੰਟ ਲਈ। ਤੇਰਾ ਆਤਮਾ ਮੇਰੇ ਜੀਵਨ ਚ ਆਏ, ਤੇਰਾ ਆਤਮਾ ਮੇਰੇ ਜੀਵਨ ਚ ਆਏ। ਸਾਰੇ ਇਹੀ ਗੱਲ ਕਹਿਣੀ ਆ। ਅੱਖਾਂ ਬੰਦ ਕਰਕੇ ਖੋਲ ਦਿਓ, ਖੋਲ ਦਿਓ, ਮੂੰਹ ਖੋਲ ਦਿਓ, ਮੂੰਹ ਖੋਲ ਦਿਓ ਜ਼ੋਰ ਦੇ ਨਾਲ। ਜਿੰਨੇ ਪ੍ਰਭੂ ਦੇ ਕੋਲ ਆਏ ਉਹ ਜ਼ੋਰ ਦੇ ਨਾਲ ਨਹੀਂ ਦਿਖਾਈ ਦਿੱਤੀ। ਹੇ ਯਿਸੂ ਮਹਾਰਾਜ ਮੇਰੇ ਤੇ ਦਇਆ ਕਰ। ਉਹ ਇਦਾਂ ਜ਼ੋਰ ਨਾਲ ਦਿਖਾਈ ਦਿੰਦੇ ਨੇ, ਪ੍ਰਭੂ ਤੇਰਾ ਆਤਮਾ ਮੇਰੇ ਜੀਵਨ ਚ ਆਏ। ਪਵਿੱਤਰ ਆਤਮਾ ਜੀ, ਅੱਜ ਕੋਈ ਆਤਮਾ ਸਰੀਰ ਖਾਲੀ ਨਾ ਰਵੇ। ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਆ। ਪਵਿੱਤਰ ਆਤਮਾ ਜੀ, ਅੱਜ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਆ। ਅੱਜ ਤੁਸੀਂ ਸਾਰਿਆਂ 'ਚ ਹੀ ਵਾਸ ਕਰਦੇ ਹੋ। ਅੱਜ ਸਾਰਿਆਂ 'ਚ ਹੀ ਵਾਸ ਕਰਦੇ ਹੋ। ਅੱਜ ਸਾਰਿਆਂ 'ਚ ਹੀ ਵਾਸ ਕਰਦੇ ਹੋ।